ਪੰਜਾਬ ਭਾਰਤ ਅਤੇ ਦੇਸ਼ ਵਿਦੇਸ਼ ਦੀਆਂ ਵਸਦੇ ਪੰਜਾਬ ਵਾਸੀਆਂ ਨੂੰ ਭਾਈ ਹਰਸਿਮਰਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਮਾਰਟ ਟੀਵੀ ਦੇ ਮੰਚ ਤੋਂ ਸਾਡਾ ਪੰਜਾਬ 2022 ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਪਿਛਲੇ 10-12 ਦਿਨ ਦੇ ਵਿੱਚ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹਨ ਔਰ ਜਿਸ ਢੰਗ ਦੇ ਨਾਲ ਕੇਂਦਰ ਦੇ ਵੱਲੋਂ ਬਣਾਏ ਗਏ 3 ਮਾਰੂ ਕਾਨੂੰਨਾਂ ਦੇ ਵਿਰੁੱਧ ਜੋ ਸੰਘਰਸ਼ ਪੰਜਾਬ ਵਾਸੀ ਕਿਸਾਨ ਜਥੇਬੰਦੀਆਂ ਨੌਜਵਾਨ ਪੋਲੀਟੀਕਲ ਪਾਰਟੀਜ਼ ਲੜ ਰਹੀਆਂ ਜਾ ਰਹੀਆਂ ਨੇ, ਉਹ ਮੈਂ ਸਮਝਦਾ ਕਿ ਬੜੇ ਇੱਕ ਨਾਜ਼ੁਕ ਮੋੜ ਵੱਲ ਵੱਧਦਾ ਜਾ ਰਿਹਾ। ਨਾਜ਼ੁਕ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ 10-12 ਦਿਨ ਕਿਸੇ ਵੀ ਸੰਘਰਸ਼ ਨੂੰ ਚੱਲਦਿਆਂ ਬਹੁਤ ਵੱਡਾ ਹੁੰਦਾ ਹੈ। ਇਸ ਦੇ ਵਿੱਚ ਕੁਝ ਗੱਲਾਂ ਸਪਸ਼ਟ ਹੋ ਜਾਣੀ ਚਾਹੀਦੀਆਂ ਹਨ, ਹੋਈਆਂ ਵੀ ਨੇ ਸਪਸ਼ਟ, ਪਰ ਮੈਂ ਸਮਝਦਾ ਕਿ ਇਸ ਵੇਲੇ ਜਿਸ ਨਾਜ਼ੁਕ ਪੜਾਅ ਤੋਂ ਅੱਗੇ ਇੱਕ ਹੋਰ ਪੜਾਅ ਵਿੱਚ ਮੋਰਚਾ ਦਾਖਲ ਹੋਣ ਜਾ ਰਿਹਾ ਹੈ, ਉਸ ਬਾਰੇ ਅਸੀਂ ਵਿਚਾਰ ਕਰਾਂਗੇ। ਪਿਛਲੇ ਦਿਨੀ ਖਾਸ ਤੌਰ 'ਤੇ ਪਿਛਲੇ 2 ਦਿਨਾਂ ਦੇ ਜੋ ਘਟਨਾਵਾਂ ਵਾਪਰੀਆਂ, ਉਸ ਨਾਲ ਜੋ ਬੈਟਲ ਲਾਈਨਸ ਨੇ ਉਹ ਡਰਾ ਹੋ ਰਹੀਆਂ ਨੇ। ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਇੱਕ ਵੱਡੀ ਜੰਗ ਦੇ ਅਖਾੜੇ ਵਿੱਚ ਦਾਖਲ ਹੁੰਦਾ ਜਾ ਰਿਹਾ। ਇਸ ਜੰਗ ਦੇ ਪਿਛਲੇ 84 ਤੋਂ ਲੈ ਕੇ 1980 ਤੋਂ ਲੈ ਕੇ ਵੱਖਰੇ ਪੜਾਅ ਨੇ, ਔਰ ਅੱਜ ਇਸ 2020 ਜਿਸ ਪੜਾਅ 'ਤੇ ਜੰਗ ਪਹੁੰਚ ਚੁੱਕੀ ਹੈ, ਜਿਸ ਤੱਕ ਹਾਲਾਤ ਪਹੁੰਚ ਚੁੱਕੇ ਨੇ, ਉਸ ਵਿੱਚ ਸਮਝਦਾ ਕਿ ਸਾਨੂੰ ਬਹੁਤ ਕੁਝ ਨਵਾਂ ਸੋਚਣਾ ਪਏਗਾ। ਜੋ ਬੈਟਲ ਲਾਈਨਸ ਡਰਾ ਹੋਈਆਂ ਨੇ, ਇੱਕ ਪਾਸੇ ਪੋਲੀਟੀਕਲ ਪਾਰਟੀਆਂ ਲੜ ਰਹੀਆਂ ਨੇ, ਉਹਨਾਂ ਦੇ ਆਪਣੇ ਵਿਚਾਰ ਨੇ, ਆਪਣੇ ਉਹਦੇ ਮੁੱਦੇ ਨੇ। ਇੱਕ ਪਾਸੇ ਕਿਸਾਨ ਜਥੇਬੰਦੀਆਂ ਲੜ ਰਹੀਆਂ ਨੇ, ਇੱਕ ਪਾਸੇ ਨੌਜਵਾਨ ਜਥੇਬੰਦੀਆਂ ਨੌਜਵਾਨ ਜਿਹੜੇ ਨੇ ਉਹ ਵੀ ਬਹੁਤ ਭਾਰੀ ਗਿਣਤੀ ਸ਼ਾਮਿਲ ਹੋਏ ਨੇ। ਇੱਕ ਪਾਸੇ ਗਾਇਕ ਅਤੇ ਇਹਨਾਂ ਵਿੱਚੋਂ ਹੋਰ ਕਈ ਜਿਹੜੇ ਚੰਗੇ ਸੁਲਝੇ ਨੌਜਵਾਨ ਨੇ, ਉਹਨਾਂ ਦੇ ਵਿਚਾਰਾਂ ਵਿੱਚ ਵੀ ਮੋਰਚੇ ਦੇ ਵਿੱਚ ਇੱਕ ਵੱਡੀ ਮੋੜ ਲਿਆਂਦਾ ਹੈ। ਔਰ ਤੀਸਰੀ ਜਿਹੜੀ ਹੋਰ ਵੱਡੀ ਗੱਲ ਹੈ ਉਹ ਹੈ ਕਿ ਜਿਹੜੇ ਵਿਦਵਾਨ ਨੇ, ਖਾਸ ਤੌਰ 'ਤੇ ਖੇਤੀ ਮਾਹਰ ਨੇ, ਉਹਨਾਂ ਨੇ ਵੀ ਆਪਣੀ ਰਾਏ ਦੇਣੀ ਸ਼ੁਰੂ ਕਰ ਦਿੱਤੀ ਹੈ। ਅਖਬਾਰਾਂ ਦੇ ਵਿੱਚ ਜੋ ਆਰਟੀਕਲਸ ਆ ਰਹੇ ਨੇ ਜਾਂ ਜੋ ਮੀਡੀਆ 'ਚ ਜੋ ਸਾਨੂੰ ਨਜ਼ਰ ਆ ਰਿਹਾ ਹੈ, ਇਹ ਇੱਕ ਵੱਡੀ ਜੰਗ ਲੜੀ ਜਾ ਰਹੀ ਹੈ, ਜਿੱਥੇ ਇੱਕ ਪਾਸੇ ਇਹ ਜੰਗ ਜੋ ਦਿੱਲੀ ਦੇ ਖਿਲਾਫ ਹੈ, ਦਿੱਲੀ ਦੇ ਕਾਨੂੰਨਾਂ ਦੇ ਖਿਲਾਫ ਹੈ, ਜੋ ਵਰਤਮਾਨ ਸਰਕਾਰ ਹੈ ਉਸ ਦੇ ਖਿਲਾਫ ਹੈ, ਉੱਥੇ ਜੋ ਧਿਰਾਂ ਇਹ ਸੰਘਰਸ਼ ਲੜ ਰਹੀਆਂ ਨੇ, ਉਹਨਾਂ ਦੇ ਅੰਦਰ ਵੀ ਇੱਕ ਜੰਗ ਹੈ। ਔਰ ਜੰਗ ਜਿਹੜੀ ਹੈ ਉਹ ਬੜੀ ਅਜੀਬ ਜਿਹੀ ਸਥਿਤੀ 'ਚ ਪਹੁੰਚ ਰਹੀ ਹੈ, ਕਿਉਂਕਿ ਜਿੱਥੇ ਅਖਬਾਰਾਂ ਦੇ ਵਿੱਚ ਇਹ ਚੀਜ਼ਾਂ ਧਰਨਿਆਂ ਦੇ ਰੂਪ ਵਿੱਚ ਜਾਂ ਜਿਸ ਤਰੀਕੇ ਨਾਲ ਰਿਪੋਰਟ ਹੋ ਰਹੀਆਂ ਨੇ, ਉਸ ਦੇ ਨਾਲ ਇੱਕ ਸੋਸ਼ਲ ਮੀਡੀਆ 'ਤੇ ਜੰਗ ਲੜੀ ਜਾ ਰਹੀ ਹੈ। ਚੈਨਲਸ ਵੱਖਰੇ ਬੜੇ ਚੈਨਲਸ ਨੇ, ਉਸ 'ਚ ਅਸੀਂ ਵੀ ਸ਼ਾਮਿਲ ਹਾਂ, ਪਰ ਸਾਡੀ ਜਿਹੜੀ ਅਪਰੋਚ ਹੈ ਉਹ ਐਨਾਲਿਟੀਕਲ ਹੈ, ਵਿਸ਼ਲੇਸ਼ਣ ਕਰਦੇ ਹਾਂ ਅਸੀਂ। ਸੋ ਮੈਂ ਸਮਝਦਾ ਕਿ ਪਿਛਲੇ ਸਮਿਆਂ ਦੇ ਵਿੱਚ ਜੋ ਕੁਝ ਗੱਲਾਂ ਵਾਪਰੀਆਂ ਨੇ, ਉਸ ਨਾਲ ਇਹ ਗੱਲ ਤਾਂ ਬੜੀ ਸਪਸ਼ਟ ਹੈ ਕਿ ਇਹ ਸਾਰੀ ਦਿਸ਼ਾ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਵੱਖ ਤਰੀਕੇ ਨਾਲ ਜੋ ਜਥੇਬੰਦੀਆਂ ਇਨਵੋਲਵਡ ਨੇ, ਉਹਨਾਂ ਦੇ ਵਿੱਚ ਵਿਚਾਰਧਾਰਕ ਮਤਭੇਦ ਨੇ। ਜਿਵੇਂ ਰਾਜਸੀ ਪਾਰਟੀਆਂ ਦੇ ਵਿੱਚ ਮਤਭੇਦ ਨੇ, ਔਰ ਸਾਰਿਆਂ ਦਾ ਜਿਹੜਾ ਨਿਸ਼ਾਨਾ ਹੈ 2022 ਨਜ਼ਰ ਆ ਰਿਹਾ ਹੈ, ਔਰ ਹੈ ਵੀ ਹੈ। ਉਸ ਪ੍ਰਥਾਏ ਸਾਰੀਆਂ ਪਾਰਟੀਆਂ ਆਪਣੀ ਸਟ੍ਰੈਟੇਜੀ ਬਣਾ ਰਹੀਆਂ ਨੇ, ਅਤੇ ਇਸ ਦੇ ਵਿੱਚ ਜੋ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਿਵੇਂ ਇਹ ਬੈਟਲ ਲਾਈਨ ਡਰਾ ਹੋਈਆਂ ਨੇ, ਉਸ ਨਾਲ ਇਹ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਇੱਕ ਪਾਸੇ ਕਾਰਪੋਰੇਟ ਵਿਕਾਸ ਮਾਡਲ ਪੰਜਾਬ ਵਿੱਚ ਆ ਰਿਹਾ ਹੈ, ਦੂਸਰੇ ਪਾਸੇ ਜੋ ਪੰਜਾਬ ਵਾਸੀ ਜਿਹੜੇ ਇਹਨਾਂ ਦਾ ਆਪਣਾ ਕੀ ਮਾਡਲ ਹੈ, ਆਪਣਾ ਖੇਤੀ ਦੇ ਇੱਕ ਨਵੇਂ ਜੋ ਪੈਰਾਡਾਈਮ ਸਿਰਜਣੇ ਜਾ ਰਹੇ ਨੇ, ਉਸ ਵਾਸਤੇ ਇੱਕ ਨਵੀਂ ਸਥਿਤੀ ਬਣ ਰਹੀ ਹੈ। ਖਾਸ ਤੌਰ 'ਤੇ ਮੈਂ ਸਮਝਦਾ ਕਿ ਜਿਸ ਢੰਗ ਦੇ ਨਾਲ ਇਹ ਸਥਿਤੀ ਬਣ ਰਹੀ ਹੈ, ਉਸ ਨਾਲ ਜਿਹੜੇ ਨੌਜਵਾਨ ਨੇ, ਖਾਸ ਤੌਰ 'ਤੇ ਗਾਇਕ, ਉਹਨਾਂ ਦੇ ਵਿੱਚ ਜਿਹੜੇ ਸੁਲਝੇ ਹੋਏ ਨੌਜਵਾਨ ਨੇ, ਬਾਕੀ ਦੀ ਮੈਂ ਗੱਲ ਨਹੀਂ ਕਰਦਾ, ਮੈਂ ਕੁਛ 2 ਦਿਨ ਦੀ ਗੱਲ ਕਰਾਂਗਾ, ਉਸ ਦੇ ਨਾਲ ਕਿ ਇੱਕ ਬੜਾ ਵੱਡਾ ਨੈਰੇਟਿਵ ਸਿਰਜਣ ਦਾ ਯਤਨ ਕੀਤਾ ਜਾ ਰਿਹਾ। ਕਿਸਾਨ ਜਥੇਬੰਦੀਆਂ ਦੇ ਅੰਦਰ ਮਤਭੇਦ ਨੇ, ਕੰਟਰਾਡਿਕਸ਼ਨਸ ਵੀ ਨੇ। ਉੱਥੇ ਮੈਂ ਸਮਝਦਾ ਕਿ ਇਹ ਜਿਹੜੀਆਂ ਸਾਰੀ ਸਥਿਤੀਆਂ ਨੇ, ਉਸ ਦੇ ਵਿੱਚ ਇੱਕ ਪਾਸੇ ਤਾਂ ਵਿਚਾਰਧਾਰਕ ਮਤਭੇਦ ਨੇ, ਕਿਉਂਕਿ ਜੋ ਲੈਫਟਿਸਟ ਵਿਚਾਰਧਾਰਾ ਨਾਲ ਜੁੜੀਆਂ ਜਥੇਬੰਦੀਆਂ ਨੇ ਉਹ ਵੀ ਪੂਰੀ ਤਰ੍ਹਾਂ ਇਨਵੋਲਵਡ ਨੇ, ਕਾਂਗਰਸ ਦੇ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਵੀ ਇਨਵੋਲਵਡ ਨੇ, ਔਰ ਅਕਾਲੀ ਦਲ ਨਾਲ ਜੁੜੇ ਜਿਹੜੇ ਕਿਸਾਨ ਨੇਤਾ ਨੇ ਉਹ ਵੀ ਇਸ ਦੇ ਵਿੱਚ ਜੁੜੇ ਹੋਏ ਨੇ। ਸੋ ਮੈਂ ਇਸ ਨੂੰ ਇਸ ਤਰੀਕੇ ਨਾਲ ਲੈਂਦਾ ਕਿ ਜਿਵੇਂ ਮੋਰਚਾ ਅੱਗੇ ਵੱਧਦਾ ਜਾ ਰਿਹਾ ਹੈ, ਇਹ 'ਚ ਖਿੰਡਾਅ ਵੀ ਆ ਰਿਹਾ ਹੈ। ਖਾਸ ਤੌਰ 'ਤੇ ਵੱਡਾ ਜਿਹੜਾ ਇੱਕ
ਸੈਂਟਰ ਬਣਦਾ ਜਾ ਰਿਹਾ ਮੋਰਚੇ ਦਾ ਉਹ ਸ਼ੰਭੂ ਬਾਰਡਰ ਹੈ। ਕੱਲ੍ਹ ਇਸ ਦੇ ਉੱਤੇ ਅੱਜ ਵੀ ਸ਼ੰਭੂ ਬਾਰਡਰ ਦੇ ਉੱਤੇ ਜਥੇਬੰਦੀਆਂ ਨੇ ਧਰਾਵ ਕੀਤੇ ਨੇ, ਲੈਕਚਰ ਦਿੱਤੇ ਨੇ, ਨੌਜਵਾਨਾਂ ਨੂੰ ਲਾਮਬੰਦ ਕੀਤਾ ਹੈ। ਔਰ ਦੂਸਰਾ ਸੰਘਰਸ਼ ਜਿਹੜਾ ਰੇਲਵੇ ਟਰੈਕਾਂ 'ਤੇ ਲੜਿਆ ਜਾ ਰਿਹਾ। ਪਰ ਕੀ ਇਸ ਦਾ ਕੀ ਅੱਗੇ ਭਵਿੱਖ ਬਣੇਗਾ? ਕਿਉਂਕਿ ਕੇਂਦਰ ਸਰਕਾਰ ਵੱਲੋਂ ਪਿਛਲੇ 10-12 ਦਿਨ ਦੇ ਵਿੱਚ ਅਜੇ ਤੱਕ ਕੋਈ ਰਿਸਪੌਂਸ ਐਸੀ ਨਹੀਂ ਮਿਲ ਰਹੀ ਕਿ ਕੇਂਦਰ ਸਰਕਾਰ ਦੇ ਉੱਤੇ ਇਸ ਦਾ ਕੋਈ ਅਸਰ ਹੋ ਰਿਹਾ ਹੋਵੇ ਲੜਾਈ ਦਾ, ਇਸ ਸੰਘਰਸ਼ ਦਾ। ਲੇਕਿਨ ਸੰਘਰਸ਼ ਲੜਿਆ ਜਾ ਰਿਹਾ। ਇਹਦੀ ਕੀ ਦਿਸ਼ਾ ਹੋਵੇ, ਇਸ ਬਾਰੇ ਸਾਨੂੰ ਇਸ ਬਾਰੇ ਚਿੰਤਨ ਕਰਨਾ ਪਏਗਾ ਕਿ ਇਹਦੀ ਦਿਸ਼ਾ ਕਿਸ ਪਾਸੇ ਜਾਏਗੀ। ਸੋ ਇਸ ਵਾਸਤੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਰਾਜਨੀਤਿਕ ਪਾਰਟੀਆਂ, ਖਾਸ ਤੌਰ 'ਤੇ ਅਕਾਲੀ ਦਲ ਅਤੇ ਜੋ ਰਾਹੁਲ ਗਾਂਧੀ ਦੇ ਆਉਣ 'ਤੇ ਨਵਜੋਤ ਸਿੰਘ ਸਿੱਧੂ ਨੇ ਬਦਨੀ ਕਲਾਂ ਅਤੇ ਉਸ ਤੋਂ ਬਾਅਦ ਹੋਰ ਜੋ ਵਿਚਾਰ ਦਿੱਤੇ ਨੇ, ਜਾਂ ਉਸ ਦੇ ਨਾਲ ਜੋ ਟਰੈਕਟਰ ਮਾਰਚ ਹੋਇਆ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਦੇ ਅਗਵਾਈ ਹੇਠ, ਉਸ ਨਾਲ ਇੱਕ ਗੱਲ ਬੜੀ ਸਪਸ਼ਟ ਹੈ ਕਿ ਕੇਂਦਰ ਸਰਕਾਰ ਆਪਣਾ ਏਜੰਡਾ ਲਾਗੂ ਕਰਨ ਦੇ ਦੌੜ ਵਿੱਚ, ਕਾਹਲੀ ਵਿੱਚ, ਰਾਜਾਂ ਦੇ ਅਧਿਕਾਰਾਂ 'ਤੇ ਇਨਕਰੋਚਮੈਂਟ ਕਰ ਰਹੀ ਹੈ। ਇਸ ਨੂੰ ਜਿਹੜੇ ਪੋਲੀਟੀਕਲ ਐਨਾਲਿਸਟ ਨੇ ਉਹ ਫੈਡਰਲ ਸਟਰਕਚਰ ਲਈ ਬੜਾ ਵੱਡਾ ਖਤਰਾ ਮਹਿਸੂਸ ਕਰਦੇ ਨੇ, ਕਿਉਂਕਿ ਜੋ ਵੀ ਅਧਿਕਾਰ ਮੰਗੇ ਜਾਂਦੇ ਨੇ, ਚਾਹੇ ਫੈਡਰਲ ਸਟਰਕਚਰ ਹੈ, ਚਾਹੇ ਉਹ ਪੰਜਾਬ ਲਈ ਵੱਖਰੇ ਸਟੇਟਸ ਦਾ ਮੰਗ ਹੈ, ਚਾਹੇ ਉਹ ਉਸ ਨੂੰ ਅਸੀਂ ਕਨਫੈਡਰੇਸ਼ਨ ਆਫ ਇੰਡੀਅਨ ਸਟੇਟਸ ਦੀ ਗੱਲ ਕਰਦੇ ਹਾਂ, ਚਾਹੇ ਵੱਡੇ ਰਾਜ ਦੀ ਗੱਲ ਕਰਦੇ ਹਾਂ, ਉਹਦੇ 'ਚ ਮੂਲ ਮੁੱਦਾ, ਵੱਡਾ ਮੁੱਦਾ ਆਰਥਿਕ ਖੁਦਮੁਖਤਿਆਰੀ ਦਾ ਹੈ। ਇਸ ਵਾਸਤੇ ਅਕਾਲੀ ਦਲ ਨੇ ਵੀ ਅੱਜ ਉਸ ਨੂੰ ਬੜੀ ਦੇਰ ਬਾਅਦ ਚੇਤਾ ਆਇਆ ਕਿ ਆਰਥਿਕ ਖੁਦਮੁਖਤਿਆਰੀ ਲਈ ਉਹਨਾਂ ਨੇ ਕਮੇਟੀ ਬਣਾਈ ਹੈ, ਜਿਹਦੀ ਕਿ ਇਸ ਬਾਤ ਪ੍ਰੂਵ ਕਰੇਗੀ ਕਿ ਦੂਸਰੀਆਂ ਰਾਜਾਂ ਜਿਹੜੀਆਂ ਰੀਜਨਲ ਪਾਰਟੀਜ਼ ਨੇ ਉਹਨਾਂ ਨੂੰ ਵਿੱਚ ਲਿਆ ਕੇ ਅਸੀਂ ਕਿਸ ਢੰਗ ਦੇ ਨਾਲ ਇਸ ਮੋਰਚੇ ਦੇ ਵਿੱਚ ਸ਼ਕਤੀਸ਼ਾਲੀ ਕਰ ਸਕਦੇ ਹਾਂ। ਜੋ ਕਿਸਾਨ ਜਥੇਬੰਦੀਆਂ ਭਾਰਤ ਪੱਧਰ 'ਤੇ ਲੜ ਰਹੀਆਂ ਨੇ, ਪਰ ਜੋ ਜਿਵੇਂ ਪੰਜਾਬ ਦਾ ਸੰਘਰਸ਼ ਲੜਿਆ ਜਾ ਰਿਹਾ ਹੈ, ਮੈਂ ਸਮਝਦਾ ਇਹਦੇ ਪਿੱਛੇ ਜਦੋਂ 84 ਦੇ ਜੋ ਸਿੱਖ ਅਧਿਕਾਰਾਂ ਦੀ ਲੜਾਈ ਪਿਛਲੇ 47 ਤੋਂ ਲੜੀ ਜਾ ਰਹੀ ਹੈ, ਉਸ ਦਾ ਵੀ ਨਿਰੰਤਰਤਾ ਦੇ ਵਿੱਚ ਦੇਖਿਆ ਜਾਣਾ ਚਾਹੀਦਾ। ਕਿਉਂਕਿ ਐਸੇ ਕੁਝ ਸਥਿਤੀ ਆ ਰਹੀਆਂ ਨੇ ਜਿਸ ਨਾਲ ਕਿ ਭਾਵੇਂ ਆਰਥਿਕ ਮੁੱਦੇ 'ਤੇ ਲੜਾਈ ਲੜੀ ਜਾ ਰਹੀ ਹੈ, ਲੇਕਿਨ ਇਸ ਦੇ ਵਿੱਚ ਜੋ ਨਿਰੰਤਰਤਾ 47 ਤੋਂ ਬਾਅਦ ਜੋ ਸਿੱਖ ਪੰਥ ਨਾਲ ਹੋਇਆ, ਉਹਦੇ ਵਿੱਚ ਵੀ ਰਾਜ ਦੇਖਣਾ ਪਏਗਾ। ਸੋ ਇੱਕ ਤਾਂ ਗੱਲ ਇਹ ਹੈ ਕਿ ਇਹ ਗੱਲ ਸਪਸ਼ਟ ਹੁੰਦੀ ਜਾ ਰਹੀ, ਬੈਟਲ ਜਿਵੇਂ ਕਹਿਣਾ, ਤਾਂ ਇੱਕ ਗੱਲ ਸਪਸ਼ਟ ਹੈ ਕਿ ਕੇਂਦਰ ਸਰਕਾਰ ਜਿਨ੍ਹਾਂ ਕਾਨੂੰਨਾਂ ਦੇ ਤਹਿਤ ਜਾਂ ਜਿਨ੍ਹਾਂ ਧਾਰਾਵਾਂ ਦੇ ਤਹਿਤ, ਕਿਉਂਕਿ ਜਿਹੜਾ ਖੇਤੀ ਸੈਕਟਰ ਹੈ ਉਹ ਇੱਕ ਸਟੇਟ ਸੈਕਟਰ ਹੈ, ਸਟੇਟ ਦੀ ਪਾਵਰ 'ਚ ਹੈ, ਸੰਵਿਧਾਨ ਇਸ ਨੂੰ ਕਹਿੰਦਾ ਹੈ। ਪਰ ਜਦੋਂ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਉੱਪਰ ਵੀ ਆ ਕੇ ਇਨਕਰੋਚਮੈਂਟ ਕਰ ਰਹੀ ਹੈ, ਤਾਂ ਮਤਲਬ ਸਪਸ਼ਟ ਹੈ ਕਿ ਕਿਸਾਨਾਂ ਨੂੰ ਜਾਗਣ 'ਚ ਕਿਸਾਨ ਤਾਂ ਜਾਗੇ ਨੇ। ਹੁਣ ਇੱਥੇ ਆ ਕੇ ਜਦੋਂ ਰਾਜਨੀਤਿਕਾਂ ਨੇ ਆਪਣੀ ਲੜਾਈ ਲੜਨੀ ਹੈ, ਤਾਂ ਕਿਸਾਨ ਜਥੇਬੰਦੀਆਂ ਕੋਲ ਕੀ ਦਿਸ਼ਾ ਹੈ? ਇੱਥੇ ਮੈਂ ਸਮਝਦਾ ਬੜਾ ਵੱਡਾ ਲੀਡਰਸ਼ਿਪ ਕ੍ਰਾਈਸਿਸ ਹੈ। ਕਿਸਾਨ ਜਥੇਬੰਦੀਆਂ ਦੇ 10-12 ਦਿਨ ਦੇ ਵਿੱਚ ਮੈਂ ਸਮਝਦਾ ਕਿ ਬੜੀ ਵੱਡੀ ਇੱਕ ਪ੍ਰਾਪਤੀ ਇਹ ਹੋ ਜਾਣੀ ਚਾਹੀਦੀ ਸੀ ਕਿ ਕੋਈ ਐਸੀ ਲੀਡਰਸ਼ਿਪ ਸਾਹਮਣੇ ਆ ਜਾਂਦੀ ਜਿਹੜੀ ਕਿ ਬੜੀ ਸੁਲਝੀ ਹੋਈ, ਦੂਰਅੰਦੇਸ਼ ਔਰ ਮੋਰਚੇ ਲੜਨ ਵਾਸਤੇ ਮਾਹਰ ਹੈ ਲੋਕ ਮਹਿਸੂਸ ਕਰ ਹੋ ਸਕਦੇ ਨੇ। ਲੇਕਿਨ ਮੈਂ ਸਮਝਦਾ ਲੀਡਰਸ਼ਿਪ ਇਮਰਜ ਹੋ ਕੇ ਨਹੀਂ ਆਈ। ਇਹ ਬੜਾ ਵੱਡਾ ਕ੍ਰਾਈਸਿਸ ਹੈ ਇਸ ਮੋਰਚੇ ਵਾਸਤੇ, ਬਣ ਸਕਦਾ ਹੈ ਅੱਗੇ ਜਾ ਕੇ, ਕਿ ਇਸ ਦਾ ਲੀਡਰਸ਼ਿਪ ਆਉਣਾ ਹੈ। ਇਸ ਵਾਸਤੇ ਜਿਹੜੇ ਸਿਆਣੇ ਲੋਕ, ਵਿਦਵਾਨ ਲੋਕ, ਮਾਹਰ ਲੋਕਾਂ ਨੂੰ ਕਿਵੇਂ ਨਾਲ ਜੋੜਿਆ ਜਾ ਰਿਹਾ ਹੈ। ਕਿਉਂਕਿ ਇੱਕ ਗੱਲ ਵੀ ਹੋਰ ਸਪਸ਼ਟ ਹੈ ਕਿ ਲੜਾਈ ਲੰਬੀ ਜਾਏਗੀ। ਲੰਬੀ ਲੜਾਈ ਜਾਣ ਵਾਸਤੇ ਤਾਂ ਤੁਹਾਨੂੰ ਫਿਰ ਲੰਬੀ ਲੜਾਈ 'ਤੇ ਘੋੜੇ ਬਣਨਾ ਪਏਗਾ। ਕਿਉਂਕਿ ਇੱਕ ਧਾਰਾ ਇਹ ਹੈ ਕਿ ਕੁਝ ਰਿਆਇਤਾਂ ਲੈ ਲਓ, MSP ਸਪੁਸ਼ਟ ਕਰਾ ਲਓ, ਉਹਦੀ ਲੀਗਲ ਰਾਈਟ ਬਣਾ ਲਓ ਅਤੇ ਮੰਡੀਆਂ ਸਾਰੀਆਂ ਸੁਰੱਖਿਅਤ ਰਹਿਣ, ਤਾਂ ਇਸ ਨਾਲ ਅਸੀਂ ਆਪਣਾ ਇੱਕ ਮੋਰਚਾ ਜਿਹੜਾ ਉਹਦੀ ਜਿੱਤ ਬਣੀ ਜਾ ਸਕਦੀ ਹੈ। ਉਹ ਸਰਕਾਰ ਵੀ ਕਹਿੰਦੀ ਹੈ ਕਿ MSP ਖਤਮ ਨਹੀਂ ਹੋਏਗੀ, ਪਰ ਲੀਗਲ ਰਾਈਟ ਨਹੀਂ ਦੇ ਰਹੀ। ਦੂਸਰਾ ਇਹ ਹੈ ਕਿ ਇਸ ਮੋਰਚੇ ਵਿੱਚੋਂ ਕੁਝ ਐਸੀ ਗੱਲ ਕੱਢੀ ਜਾਏ ਜਿਸ ਨਾਲ ਕਿ ਆਉਣ ਵਾਲੇ ਸਮੇਂ 'ਚ ਜੋ ਪੰਜਾਬ ਦੇ ਨਾਲ ਧੱਕਾ ਹੁੰਦਾ ਆ ਰਿਹਾ, ਪਿਛਲੇ ਸਮਿਆਂ ਦੇ ਵਿੱਚ ਸਿੱਖ ਪੰਥ ਨਾਲ ਜੋ ਧੱਕਾ ਹੁੰਦਾ ਆ ਰਿਹਾ ਹੈ, ਉਸ ਦਾ ਤੁਸੀਂ ਇਸ ਵਾਸਤੇ ਕੋਈ ਨਾ ਕੋਈ ਐਸਾ ਢੰਗ ਕੱਢੋ ਜਿਸ ਨਾਲ ਕਿ ਇਹ ਜੋ ਪੰਜਾਬ ਦੀ ਲੜਾਈ ਹੈ ਪਿਛਲੇ ਸਮੇਂ ਲੜੀ ਜਾ ਰਹੀ, ਉਸ ਨੂੰ ਇੱਕ ਨਵਾਂ ਰੂਪ ਦਿੱਤਾ ਜਾਏ। ਉਸ ਨੂੰ ਆਰਥਿਕਤਾ ਦੇ ਨਾਂ 'ਤੇ ਲੜ ਕੇ ਅਸੀਂ ਇੱਕ ਵੱਡੇ ਪੜਾਅ 'ਚ ਦਾਖਲ ਹੋ ਸਕੀਏ। ਸੋ ਇਸ ਵਾਸਤੇ ਜੋ ਪ੍ਰੈਜ਼ੈਂਟ ਇੰਡੀਅਨ ਗਵਰਨੈਂਸ ਮਾਡਲ ਹੈ, ਸਾਨੂੰ ਉਸ ਬਾਰੇ ਵਿਚਾਰ ਕਰਨੀ ਪਏਗੀ ਕਿ ਉਹ ਕਿਸ ਢੰਗ ਦੇ ਨਾਲ ਪੰਜਾਬ ਦੇ ਨਾਲ ਹੋਰ ਸਟੇਟਾਂ ਜੰਮੂ ਕਸ਼ਮੀਰ ਦਾ ਹੋਇਆ ਗਵਰਨੈਂਸ ਮਾਡਲ ਸਾਹਮਣੇ ਆ ਰਿਹਾ। ਪਰ ਇਹਦੇ ਮੁਕਾਬਲੇ 'ਤੇ ਪੰਜਾਬ ਦਾ ਗਵਰਨੈਂਸ ਮਾਡਲ ਕੀ ਹੈ?
ਕੇਂਦਰ ਸਰਕਾਰ ਦੇ ਕਾਨੂੰਨਾਂ ਨੇ ਪੰਜਾਬ ਕਾਂਗਰਸ ਵਰਲਡ ਪੱਧਰ 'ਤੇ ਭਾਰਤ ਪੱਧਰ 'ਤੇ ਕਾਂਗਰਸ ਲਈ ਵੀ ਇੱਕ ਐਸੀ ਸਥਿਤੀ ਬਣਾ ਦਿੱਤੀ ਕਿ ਆਪਣੀ ਲੋਸਟ ਗਰਾਊਂਡ ਨੂੰ ਉਹ ਇਕੱਤਰ ਕਰ ਰਹੀ ਹੈ, ਪਰ ਇਹਦੇ ਵਿੱਚ ਕੀ ਉਹ ਸਫਲ ਹੋ ਜਾਏਗੀ? ਦੂਸਰਾ ਮੈਂ ਸਮਝਦਾ ਕਿ ਜਿਹੜਾ ਫਾਰਮਰਸ ਦਾ ਜਿਹੜਾ ਐਜੀਟੇਸ਼ਨ ਹੈ, ਉਸ ਦਾ ਜਿਹੜਾ ਮੂਲ ਰੂਪ ਹੈ, ਸਰੂਪ ਅਜੇ ਨਿਖਰਿਆ ਨਹੀਂ। ਇਹਦੇ ਵਿੱਚੋਂ ਜੋ ਗਾਇਕਾਂ ਨੇ ਜਾਂ ਜਿਸ ਤਰ੍ਹਾਂ ਨਾਲ ਨੌਜਵਾਨਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ, ਉਸ ਨਾਲ ਇਸ ਦਾ ਇੱਕ ਮੁਖੜਾ ਬਣਿਆ, ਪਰ ਇਹਦੇ ਵਿੱਚ ਵੀ ਦੋ ਰਾਵਾਂ ਬਣ ਗਈਆਂ ਨੇ। ਇਹਦੇ ਵਿੱਚ ਮੈਂ ਵਿਸ਼ੇਸ਼ ਤੌਰ 'ਤੇ ਦੋ ਸਿੱਧੂ ਬ੍ਰਦਰਜ਼ ਦਾ ਜ਼ਿਕਰ ਕਰਾਂਗਾ। ਇੱਕ ਹੈ ਦੀਪ ਸਿੰਘ ਸਿੱਧੂ, ਇੱਕ ਹੈ ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਨੇ ਜੋ ਵਿਚਾਰ ਦਿੰਦਿਆਂ ਬਦਨੀ ਕਲਾਂ ਦੇ ਵਿੱਚ ਸਾਰੇ ਰਾਹੁਲ ਗਾਂਧੀ ਦੀ ਪ੍ਰੈਜ਼ੈਂਸ ਦੇ ਵਿੱਚ, ਹੋਰ ਜੋ ਕਾਂਗਰਸ ਦੇ ਆਗੂਆਂ ਦੇ ਪ੍ਰੈਜ਼ੈਂਸ ਵਿੱਚ ਅਮਰਿੰਦਰ ਸਿੰਘ ਪ੍ਰੈਜ਼ੈਂਸ ਜੋ ਵਿਚਾਰ ਦਿੱਤੇ, ਉਹ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਨੇ। ਦੀਪ ਸਿੱਧੂ ਜੋ ਵੱਖ-ਵੱਖ ਤਰੀਕੇ ਨਾਲ ਆਪਣੇ ਵਿਚਾਰ ਦੇ ਰਿਹਾ ਹੈ, ਉਹ ਇਸ ਮੋਰਚੇ ਨੂੰ ਔਰ ਇਸ ਸੰਘਰਸ਼ ਨੂੰ ਇੱਕ ਵੱਡੇ ਪੜਾਅ ਵਿੱਚ ਲਿਜਾਣਾ ਚਾਹੁੰਦਾ ਹੈ। ਜਿਸ ਢੰਗ ਦੇ ਨਾਲ ਬਦਨੀ ਕਲਾਂ ਵਿਖੇ ਨਵਜੋਤ ਸਿੰਘ ਸਿੱਧੂ ਨੇ ਵਿਚਾਰ ਦਿੱਤੇ, ਉਹਦੇ 'ਚ ਉਹਨੇ ਹੋਰ ਜੋ ਵਿਚਾਰ ਦਿੱਤੇ ਉਹ ਆਪਣੀ ਥਾਂ 'ਤੇ ਰਾਜਨੀਤਿਕ ਨੇ ਜਾਂ ਉਸਦਾ ਆਪਣਾ ਗੱਲ ਕਹਿਣ ਦਾ ਤਰੀਕਾ ਹੈ, ਲੇਕਿਨ ਉਹਦੇ ਵਿੱਚ ਜੋ ਗੱਲਾਂ ਉਸਨੇ ਕੀਤੀਆਂ ਨੇ ਉਹ ਸਾਡੇ ਧਿਆਨ ਦੀ ਮੰਗ ਇਸ ਕਰਕੇ ਕਰਦੀਆਂ ਨੇ ਕਿਉਂਕਿ ਉਸ ਦਾ ਜਿਹੜਾ ਇਸ਼ਾਰਾ ਹੈ ਉਹ ਪੰਜਾਬ ਦਾ ਆਪਣਾ ਵਿਕਾਸ ਮਾਡਲ ਸਿਰਜਣ ਵੱਲ ਜਾ ਰਿਹਾ ਹੈ। ਜਿਵੇਂ ਉਹ ਕਹਿੰਦਾ ਕਿ ਕਿਸਾਨਾਂ ਨੂੰ ਤੁਸੀਂ ਆਪਣੀ ਕੋਆਪਰੇਟਿਵਸ ਬਣਾਓ, ਪੰਜਾਬ ਦੀ ਸਥਿਤੀ, ਪੰਜਾਬ ਦੀ ਜਿਹੜੀ ਸਾਡੀ ਕਰਦੇ ਹਾਂ ਅਸੀਂ ਉਪਜ ਕਰਦੇ ਹਾਂ, ਪੰਜਾਬ 'ਚ ਰਹਿਣੀ ਚਾਹੀਦੀ ਹੈ। ਪਰ ਇਸ ਵਾਸਤੇ ਉਸਨੇ ਐਡਰੈਸ ਕੀਤਾ ਹੈ ਸਰਕਾਰ ਨੂੰ, ਪੰਜਾਬ ਸਰਕਾਰ ਨੂੰ। ਸੋ ਇੱਕ ਤਾਂ ਨਵਜੋਤ ਸਿੰਘ ਸਿੱਧੂ ਨੇ ਜੋ ਵਿਚਾਰ ਦਿੱਤੇ ਨੇ ਉਹ ਵੀ ਵੱਡੇ ਸੰਘਰਸ਼ ਵੱਲ ਜਾਂਦੇ ਨੇ ਕਿ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਨਿਰਭਰ ਰਹਿਣ ਦੀ ਬਜਾਏ ਆਪਣੀਆਂ ਜਿਹੜੀਆਂ ਸਥਿਤੀਆਂ ਨੇ ਝੋਨਾ ਔਰ ਕਣਕ ਦੇ ਇਸ ਚੱਕਰ 'ਚੋਂ ਨਿਕਲ ਕੇ ਉਹ ਚੀਜ਼ਾਂ ਉਗਾਉਣੀਆਂ ਚਾਹੀਦੀਆਂ ਜਿਹੜੀਆਂ ਕਿ ਸਾਨੂੰ ਲੋੜ ਨੇ, ਜਿਹੜੀਆਂ ਅਸੀਂ ਬਾਹਰੋਂ ਮੰਗਵਾਉਂਦੇ ਹਾਂ, ਪੰਜਾਬ 'ਚ ਕਿਉਂ ਨਹੀਂ ਉਗਾਈਆਂ ਜਾ ਸਕਦੀਆਂ। ਇੱਕ ਗੱਲ। ਦੂਸਰੀ ਗੱਲ, ਉਹ ਕਿਸਾਨਾਂ ਨੂੰ ਕਹਿ ਰਿਹਾ ਕਿ ਤੁਸੀਂ ਨਵੇਂ ਸਿਸਟਮ 'ਚ ਆਓ। ਇਸ ਵਾਸਤੇ ਅਸੀਂ ਵਿਸਮਾਰਟ TV ਤੋਂ ਪਿਛਲੇ ਕਾਫੀ ਸਮੇਂ ਤੋਂ ਜ਼ਿਕਰ ਕਰਦੇ ਆ ਰਹੇ ਹਾਂ, ਕਿਤਾਬਾਂ 'ਚ ਵੀ ਜ਼ਿਕਰ ਕੀਤਾ ਹੈ ਕਿ ਪੰਜਾਬ ਨੂੰ ਆਪਣਾ ਇੱਕ ਨਵਾਂ ਖੇਤੀ ਮਾਡਲ, ਵਿਕਾਸ ਮਾਡਲ ਸਿਰਜਣਾ ਪਏਗਾ। ਅਸੀਂ ਕਿਤਾਬਾਂ ਦੇ ਵਿੱਚ ਆਪਣੇ ਜ਼ਿਕਰ ਕੀਤਾ ਹੋਇਆ। ਸੋ ਇਹਦੇ ਵਿੱਚ ਜਦੋਂ ਉਹ ਇਸ ਚੀਜ਼ ਨੂੰ ਇਸ ਤਰ੍ਹਾਂ ਲੈਂਦਾ ਹੈ ਕਿ ਪੰਜਾਬ ਵਾਸੀਆਂ ਨੂੰ ਇੱਕ ਆਪਣਾ ਮਾਡਲ ਕ੍ਰੀਏਟ ਕਰਨਾ ਚਾਹੀਦਾ ਹੈ, ਤਾਂ ਲਗਭਗ ਉਹਨਾਂ ਹੀ ਲਾਈਨਾਂ ਉੱਤੇ ਦੀਪ ਸਿੰਘ ਸਿੱਧੂ ਜਿਹੜਾ ਹੈ ਉਹ ਆਪਣੇ ਵਿਚਾਰ ਇਸ ਕਿਸਾਨ ਮੋਰਚੇ 'ਚ ਦੇ ਰਿਹਾ ਹੈ। ਔਰ ਉੱਥੇ ਬੜੀ ਸਪਸ਼ਟ ਹੈ ਕਿ ਦੀਪ ਸਿੰਘ ਸਿੱਧੂ ਤਾਂ ਜੋ ਸਿੱਖ ਬਿੰਬ ਨੇ, ਸਿੱਖ ਸੰਘਰਸ਼ ਨੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੈ, ਜਾਂ ਜੋ ਕੁਛ ਉਹਨਾਂ ਨੇ ਸੰਘਰਸ਼ ਲੜਿਆ, ਜਾਂ ਜੋ ਕੁਛ ਵੀ ਪਿਛਲੇ ਸਮਿਆਂ 'ਚ ਪੰਜਾਬ ਵਾਸੀਆਂ ਨੇ ਸਿੱਖਾਂ ਨੇ ਸੰਘਰਸ਼ ਲੜਿਆ, ਉਸ ਦੇ ਨਾਲ ਇਸ ਨੂੰ ਜੋੜ ਰਿਹਾ, ਉਹਦੀ ਨਿਰੰਤਰਤਾ 'ਚ ਗੱਲ ਕਰਦਾ ਕਿ ਸਾਨੂੰ ਨਵੇਂ ਸੋਚ ਅਮਲ, ਨਵੀਆਂ ਤਰੀਕਿਆਂ ਨਾਲ ਇਹ ਸੰਘਰਸ਼ ਲੜਨਾ ਚਾਹੀਦਾ ਹੈ, ਨਾ ਕਿ ਇਸ ਵਾਸਤੇ ਅਸੀਂ ਲਾਅ ਐਂਡ ਆਰਡਰ ਪ੍ਰੋਬਲਮ ਖੜੀ ਕਰਕੇ। ਅੱਜ ਦਾ ਦੇਖੋ ਪੰਜਾਬ ਸਰਕਾਰ ਹੈ, ਉਹ ਲਾਅ ਐਂਡ ਆਰਡਰ ਨੂੰ ਲੋਕ ਵੈਸੇ ਵੀ ਅਜੇ ਅਮਨ ਮਾਨ ਨਾਲ ਬੈਠੇ ਨੇ, ਕਿਤੇ ਕੋਈ ਵਾਇਲੈਂਸ ਨਹੀਂ ਹੋ ਰਹੀ, ਪਰ ਕਿਹੜਾ ਇਹ ਸੰਘਰਸ਼ ਕਿਸੇ ਤਰੀਕੇ ਨਾਲ ਵਾਇਲੈਂਸ ਐਂਟਰ ਹੋ ਜਾਂਦੀ ਕਿਸੇ ਤਰੀਕੇ ਨਾਲ, ਤਾਂ ਉਸ ਨਾਲ ਕੀ ਹੈ ਕਿ ਮੋਰਚੇ ਦਾ ਜਿਹੜਾ ਹੋਰ ਰੂਪ ਬਦਲ ਜਾਏਗਾ। ਸਰਕਾਰਾਂ ਨੂੰ ਵੀ ਇਸ ਵਾਸਤੇ ਲਾਅ ਐਂਡ ਆਰਡਰ ਦੇ ਤਹਿਤ ਕੰਮ ਕਰਨਾ ਪਏਗਾ। ਸੋ ਦੀਪ ਸਿੰਘ ਸਿੱਧੂ ਇਸ ਗੱਲ ਨੂੰ ਇਸ ਤਰ੍ਹਾਂ ਲੈਂਦਾ ਹੈ ਕਿ ਸਾਨੂੰ ਭਾਈ ਕਿਸਾਨ ਵਾਸੀਓ, ਨੌਜਵਾਨਾਂ ਨੂੰ ਇੱਕ ਨਵਾਂ ਸੋਚ ਦੇ ਤਹਿਤ ਨਵੀਂ ਲਾਮਬੰਦੀ ਕਰਨੀ ਚਾਹੀਦੀ ਹੈ। ਸਾਡੇ ਇਸ਼ੂਜ਼ ਕੀ ਨੇ, ਸਾਡੀ ਕਿਸਾਨੀ ਦੇ ਮੁੱਦੇ ਕੀ ਨੇ, ਪੰਜਾਬ ਦੇ ਮੁੱਦੇ ਕੀ ਨੇ, ਔਰ ਸਾਨੂੰ ਇੱਕ ਵੱਡਾ ਨੈਰੇਟਿਵ ਲਿਆਉਣਾ ਚਾਹੀਦਾ ਹੈ ਜਿਹੜਾ ਕਿ ਸਿੱਖੀ ਸਿਧਾਂਤਾਂ ਅਨੁਸਾਰ ਹੋਵੇ। ਸੋ ਮੈਂ ਸਮਝਦਾ ਕਿ ਇੱਥੇ ਇਹਦੇ ਵਿੱਚ ਸਿੱਖੀ ਮਾਡਲ ਆਫ ਗਵਰਨੈਂਸ, ਸਿੱਖੀ ਵਿਕਾਸ ਮਾਡਲ ਜੋ ਗੁਰੂ ਨਾਨਕ ਦਾ ਮਾਡਲ ਹੈ ਵਿਕਾਸ ਦਾ ਔਰ ਖੇਤੀ ਦਾ, ਔਰ ਮਾਰਕਸਿਸਟ ਜਿਹੜਾ ਲੈਫਟਿਸਟ ਮਾਡਲ ਆਫ ਗਵਰਨੈਂਸ ਹੈ ਜਾਂ ਵਿਕਾਸ ਮਾਡਲ ਹੈ, ਉਹਦਾ ਵੀ ਅੰਦਰ ਖਾਤੇ ਟਕਰਾਅ ਹੈ। ਇਹ ਕਿਵੇਂ ਅੱਗੇ ਜਾ ਕੇ ਨਿਕਲੇਗਾ ਪਰ ਮੈਨੂੰ ਲੱਗਦਾ ਇਸ ਤਰ੍ਹਾਂ ਕਿ ਇੱਕ ਪਾਸੇ ਮਾਰਕਸਿਸਟ ਮਾਡਲ ਆਫ ਵਿਕਾਸ ਹੈ, ਵਿਕਾਸ ਮਾਡਲ ਹੈ, ਇੱਕ ਪਾਸੇ ਸਿੱਖੀ ਦਾ ਵਿਕਾਸ ਮਾਡਲ, ਜਿਸ ਨੂੰ ਕਿ ਦੀਪ ਸਿੰਘ ਸਿੱਧੂ ਅੱਜ ਦੀ ਡੇਟ ਰਿਪਰੈਜ਼ੈਂਟ ਕਰ ਰਿਹਾ। ਸੋ ਇੱਥੇ ਬੈਟਲ ਲਾਈਨ ਜਿਹੜੀਆਂ ਨੇ ਉਹ ਸਪਸ਼ਟ ਹੋ ਗਈਆਂ ਨੇ ਕਿ ਇੱਕ ਪਾਸੇ ਕਾਰਪੋਰੇਟ ਵਿਕਾਸ ਮਾਡਲ ਹੈ, ਇੱਕ ਪਾਸੇ ਪੰਜਾਬ ਦਾ ਆਪਣਾ, ਜਿਸ ਨੂੰ ਮੈਂ ਵਿਸਮਾਰਟ TV ਵੱਲੋਂ ਅਸੀਂ ਕਿਤਾਬਾਂ ਵਿੱਚ ਜ਼ਿਕਰ ਕੀਤਾ ਹੈ, ਉਸ ਨੂੰ ਅਸੀਂ ਵਿਸਮਾਦੀ ਵਿਕਾਸ ਮਾਡਲ ਕਹਿੰਦਾ। ਇਹ ਮੈਂ ਸਾਰਾ ਕੁਝ ਜਿਹੜਾ ਹੈ ਉਹ ਇਸ ਵਿਸਮਾਦੀ ਵਿਸ਼ਵ ਆਰਡਰ ਦੇ ਵਿੱਚ ਜ਼ਿਕਰ ਕੀਤਾ ਹੋਇਆ। ਅਸੀਂ ਸਾਰਾ ਪਰਸਪੈਕਟਿਵ ਔਰ ਇਸ ਜੋ ਹਾਲਾਤ ਬਣ ਰਹੇ ਨੇ, ਸਾਰਾ ਪਰਸਪੈਕਟਿਵ ਜਿਹੜਾ ਹੈ ਇਹਨਾਂ ਕਿਤਾਬਾਂ ਜ਼ਿਕਰ ਕੀਤਾ ਹੋਇਆ ਕਿ ਕਿਸ ਢੰਗ ਦੇ ਨਾਲ ਸਮਾਦੀ ਵਿਕਾਸ ਮਾਡਲ
ਪੰਜਾਬ ਤੋਂ ਸ਼ੁਰੂ ਹੋ ਕੇ ਪੰਜਾਬ ਦੀ ਪ੍ਰਯੋਗਸ਼ਾਲਾ ਬਣੇ ਔਰ ਇਸ ਦਾ ਅੱਗੇ ਭਾਰਤ ਦੇ ਹੋਰ ਦੁਨੀਆ 'ਚ ਫੈਲਾਅ ਹੋਵੇ। ਇਸ ਵਾਸਤੇ ਮੈਂ ਮਹਿਸੂਸ ਕਰਦਾ ਕਿ ਅੱਜ ਜਦੋਂ ਅਸੀਂ ਵਿਸਮਾਦੀ ਵਿਕਾਸ ਮਾਡਲ ਦੀ ਗੱਲ ਕਰਦੇ ਉਹਦਾ ਸਮਾਂ ਆ ਗਿਆ, ਉਸ ਬਾਰੇ ਵਿਚਾਰ ਕਰੀਏ। ਇਹ ਗੱਲ ਜਿਹੜੀ ਹੈ ਜੋ ਨਵਜੋਤ ਸਿੰਘ ਸਿੱਧੂ ਗੱਲ ਕਹਿ ਰਹੇ ਸਾਂਝੀ ਖੇਤੀ ਦੀ ਔਰ ਯੋਜਨਾਬੱਧ ਖੇਤੀ ਦੀ ਔਰ ਡਾਈਵਰਸਿਟੀ ਦੀ, ਉਹਦੇ ਨਾਲ ਵੀ ਸਾਡੀ ਜਿਹੜੇ ਵਿਚਾਰ ਜੁੜਦੇ ਨੇ। ਔਰ ਜੋ ਵੱਡਾ ਨੈਰੇਟਿਵ ਪਰਸਪੈਕਟਿਵ ਦੀਪ ਸਿੰਘ ਸਿੱਧੂ ਲੈਣਾ ਚਾਹੁੰਦਾ ਹੈ, ਉਸ ਵਾਸਤੇ ਵੀ ਅਸੀਂ ਸਾਡੀ ਵਿਚਾਰ ਨੇ ਉਹ ਪੂਰੇ ਫਿੱਟ ਬੈਠਦੇ ਨੇ। ਸੋ ਸਵਾਲ ਪੈਦਾ ਹੁੰਦਾ ਹੈ ਕਿ ਅੱਗੇ ਕਿਵੇਂ ਵਧਿਆ ਜਾਏ, ਕੀ ਸੰਘਰਸ਼ ਦੇ ਜਿਹੜੇ ਲੋੜ ਲੜ ਰਹੇ ਨੇ ਕਿ ਉਹਨਾਂ ਨੇ ਆਪਣੇ ਤੌਰ 'ਤੇ ਆਪਣੀ ਤਿਆਰੀ ਕੀਤੀ ਹੋਈ ਹੈ, ਖਾਸ ਤੌਰ 'ਤੇ ਸਿਧਾਂਤਕ ਅਤੇ ਵਿਚਾਰਧਾਰਕ ਅਤੇ ਕਾਨੂੰਨੀ ਸੰਬੰਧਾਂ ਵਾਸਤੇ। ਸੋ ਇਸ ਵਾਸਤੇ ਗੱਲ ਬੜੀ ਸਪਸ਼ਟ ਹੈ ਖਾਲਸਾ ਜੀ ਪੰਜਾਬ ਵਾਸੀਓ ਕਿ ਇੱਕ ਜੋ ਨਵਾਂ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਉਹਦੇ ਵਿੱਚ ਜਿਹੜਾ ਕਾਰਪੋਰੇਟ ਮਾਡਲ, ਜਿਸ ਬਾਰੇ ਕਿ ਮੈਂ ਸਮਝਦਾ ਕਿ ਕੱਲ੍ਹ 2 ਡਿਵੈਲਪਮੈਂਟਸ ਹੋਰ ਹੋਈਆਂ ਨੇ। ਇੱਕ ਡਿਵੈਲਪਮੈਂਟ ਹੈ ਤਰਲੋਚਨ ਸਿੰਘ ਦੀ, ਜੋ ਫਾਰਮਰ MP ਨੇ, ਦਿੱਲੀ ਰਹਿੰਦੇ ਨੇ। ਉਹਨਾਂ ਨੇ ਜੋ ਵਿਚਾਰ ਦਿੱਤੇ ਨੇ ਉਹ ਕਹਿੰਦੇ ਨੇ ਕਿ ਦਿੱਲੀ ਜਾਓ, ਵਿਚਾਰ ਕਰੀਏ, ਸਾਰੇ MP ਇਕੱਠੇ ਹੋਣ, ਉਹ ਸਰਕਾਰ ਤੱਕ ਗੱਲ ਪਹੁੰਚਾਉਣ ਕਿ ਇੱਕ ਸੰਘਰਸ਼ ਲੜਿਆ ਜਾ ਰਿਹਾ, ਇਸ ਬਾਰੇ ਗੱਲਬਾਤ ਸ਼ੁਰੂ ਕੀਤੀ ਜਾਵੇ। ਹੰਸ ਦਾ ਜ਼ਿਕਰ ਕੀਤਾ ਉਹਨਾਂ ਨੇ, ਦੂਸਰੇ ਦਾ ਜ਼ਿਕਰ ਕੀਤਾ। ਦੂਸਰੇ ਪਾਸੇ ਸਰਦਾਰ ਅਸੀਂ ਜੌਹਲ ਦੀ ਗੱਲ ਆਈ ਹੈ। ਉਹ ਇਸ ਨੂੰ ਕਹਿ ਰਹੇ ਨੇ ਕਿ ਜਿਹੜੀਆਂ ਮੰਡੀਆਂ ਦਾ ਜ਼ਿਕਰ ਕੀਤਾ ਹੈ, ਮੰਡੀਆਂ ਦਾ ਜਿਹੜੀ ਬਾਰੇ ਵਿਚਾਰ ਕੀਤੀ ਹੈ, ਉਹ 2006 ਦੇ ਵਿੱਚ ਪਹਿਲੀ ਸਰਕਾਰ ਜਿਹੜੀ ਅਮਰਿੰਦਰ ਸਿੰਘ ਸਰਕਾਰ ਦੀ ਬਣੀ ਹੈ ਉਹਦੇ 'ਚ ਉਹਨੇ ਮੰਡੀਆਂ ਜ਼ਿਕਰ ਕੀਤਾ ਹੋਇਆ, ਇੱਕ ਐਕਟ ਬਣਾਇਆ ਹੋਇਆ। ਕੰਟਰੈਕਟ ਫਾਰਮਿੰਗ ਵਾਸਤੇ ਪ੍ਰਕਾਸ਼ ਸਿੰਘ ਬਾਦਲ ਨੇ 2013 'ਚ ਇੱਕ ਐਕਟ ਬਣਾਇਆ ਪੰਜਾਬ ਵਿਧਾਨ ਸਭਾ 'ਚ, ਜਿਸ ਕਰਕੇ ਇਹ ਅਡਾਨੀ ਅਤੇ ਹੋਰ ਸਾਰੇ ਆਏ ਨੇ। ਅਕੋਰਡਿੰਗ ਟੂ ਜੌਹਲ ਸਾਹਿਬ ਇਹ ਜਿਹੜਾ ਮਾਡਲ ਹੈ ਉਹ ਤਾਂ ਆਲਰੇਡੀ ਪੰਜਾਬ 'ਚ ਚੱਲ ਰਿਹਾ ਹੈ। ਉਹ ਕਹਿੰਦੇ ਨੈਸਲੇ ਵੀ ਕਾਰਪੋਰੇਟ ਹੈ ਔਰ ਹੋਰ ਜਿਹੜੀਆਂ ਹੋਰ ਜੋ ਕੰਮ ਕਰ ਰਹੀਆਂ ਨੇ ਜਥੇਬੰਦੀਆਂ ਜਾਂ ਸੰਸਥਾਵਾਂ ਜਾਂ ਕੰਪਨੀਆਂ, ਉਹ ਆਲਰੇਡੀ ਹੈਗੀਆਂ ਨੇ, ਕਿਸਾਨਾਂ ਨਾਲ ਖੁਸ਼ ਹੈ। ਲੇਕਿਨ ਉਹ ਜਿਹੜਾ ਜਿਸ ਢੰਗ ਦੇ ਨਾਲ ਇਹ ਬਿੱਲ ਪਾਸ ਹੋਇਆ ਜਾਂ ਜਿਸ ਕਾਹਲੀ ਨਾਲ ਕੀਤਾ ਉਹਦੇ ਸਵਾਲ ਖੜਾ ਕਰਦੇ ਨੇ। ਪਰ ਉਹ ਕਹਿੰਦੇ ਨੇ ਕਿ ਪੰਜਾਬ ਵਾਸੀਆਂ ਨੂੰ ਚਾਹੀਦਾ ਕਿ ਜੋ ਇਹ ਐਕਟ ਬਣੇ ਹੋਏ ਨੇ ਮੰਡੀ ਵਿਵਸਥਾ ਦੇ ਅਤੇ ਕੰਟਰੈਕਟ ਫਾਰਮਿੰਗ ਦੇ ਖਿਲਾਫ ਲੜਿਆ ਜਾਏ। ਪਰ ਉਹਨਾਂ ਦੇ ਆਪਣੇ ਵਿਚਾਰ ਨੇ, ਪਰ ਉਹ ਕਿਉਂਕਿ ਖੇਤੀ ਮਾਰ ਨੇ ਔਰ ਬੜੇ ਸਿਆਣੇ ਨੇ, ਉਹਨਾਂ ਦੀ ਗੱਲ ਨੂੰ ਸੁੱਟਿਆ ਨਹੀਂ ਜਾ ਸਕਦਾ ਕਿ ਕਿਸ ਢੰਗ ਦੇ ਨਾਲ ਪੰਜਾਬ ਨੇ ਇਸ ਦਾ ਇਹ ਮੁਕਾਬਲਾ ਕਰਨਾ ਹੈ, ਕਿਸ ਢੰਗ ਨਾਲ ਇਸ ਨੂੰ ਅੱਗੇ ਲਿਆ ਜਾ ਸਕਦਾ ਹੈ। ਸੋ ਇਸ ਤੋਂ ਮੈਂ ਆਪਣੀ ਗੱਲ ਨੂੰ ਖ਼ਤਮ ਕਰਾਂ ਕਿ ਜੋ ਮਾਡਲਸ ਪੰਜਾਬ 'ਚ ਆਉਣਾ ਚਾਹੀਦਾ ਖੇਤੀ ਦਾ, ਉਸ 'ਤੇ ਫੋਕਸ ਕਰੀਏ। ਲੜਾਈ ਵੀ ਲੜੀਏ। ਜੇਕਰ ਲੰਮੀ ਲੜਾਈ ਬਣਦੀ ਹੈ ਤਾਂ ਜਿੱਥੇ ਤੁਸੀਂ ਇਹ ਰਿਆਇਤਾਂ ਲੈਣੀਆਂ ਨੇ, ਸਰਕਾਰ ਅਗਰ ਝੁਕਦੀ ਹੈ ਜਾਂ ਗੱਲਬਾਤ ਚੱਲਦੀ ਹੈ, ਰਿਆਇਤਾਂ ਲਾਓ, MSP ਲੀਗਲ ਰਾਈਟ ਬਣਾਓ। ਲੇਕਿਨ ਇਹ ਤੁਹਾਡੇ ਵਾਸਤੇ ਇੱਕ ਬੜਾ ਵੱਡਾ ਆਈ ਓਪਨਰ ਹੈ ਜਿਹੜੇ ਐਕਟ ਨੇ ਖਾਲਸਾ ਜੀ ਪੰਜਾਬ ਵਾਸੀਓ, ਕਿ ਕਿਸ ਢੰਗ ਦੇ ਨਾਲ ਤੁਸੀਂ ਇਸ ਨੂੰ ਪੰਜਾਬ ਦਾ ਇੱਕ ਨਵਾਂ ਕਾਰਪੋਰੇਟ ਵਿਕਾਸ ਮਾਡਲ ਦੇ ਬਰਾਬਰ ਦਾ ਇੱਕ ਮਾਡਲ ਖੜਾ ਕਰਦੇ ਹੋ। ਉਸ ਵਾਸਤੇ ਪਿੰਡ ਨੂੰ ਇਕਾਈ ਬਣਾਓ। ਸਾਂਝੀ ਖੇਤੀ ਵਾਸਤੇ ਸਾਰੇ ਭਾਈਚਾਰਾ ਇਕੱਠਾ ਹੋਵੇ। 2 ਤੋਂ ਲੈ ਕੇ 5 ਔਰ 10 ਏਕੜ ਤੱਕ ਦਾ ਜਿਹੜਾ ਜ਼ਿਮੀਂਦਾਰ ਹੈ ਉਹ ਕ੍ਰਾਈਸਿਸ 'ਚ, ਉਹ ਕਿਸਾਨ ਕ੍ਰਾਈਸਿਸ 'ਚ ਆਏਗਾ। ਉਸ ਵਾਸਤੇ ਕਿਸ ਢੰਗ ਦੇ ਨਾਲ ਅਸੀਂ ਅੱਗੇ ਜਾ ਕੇ ਇੱਕ ਖੇਤੀ ਨੂੰ ਖੇਤੀ ਆਧਾਰਿਤ, ਵਪਾਰਕ ਆਧਾਰਿਤ ਔਰ ਇਸ ਦੇ ਨਾਲ ਜਿਹੜਾ ਸਾਡਾ ਇੰਡਸਟਰੀਲਾਈਜੇਸ਼ਨ ਹੈ, ਉਸ ਵਾਸਤੇ ਤੁਸੀਂ ਇੱਕ ਬੜਾ ਵੱਡਾ ਇੱਕ ਮਾਡਲ ਤਿਆਰ ਕਰੋ। ਮੈਂ ਸਮਝਦਾ ਪੰਜਾਬ ਸਰਕਾਰ ਇਸ ਵਾਸਤੇ ਬੜੀ ਵੱਡੀ ਸਰਪ੍ਰਸਤੀ ਕਰ ਸਕਦੀ ਹੈ। ਅਸੀਂ ਲੜਨਾ ਆਪਣੀ ਥਾਂ ਹੈ, ਲੇਕਿਨ ਲੜਾਈ ਲੜਦੇ ਕਿਤੇ ਨੁਕਸਾਨ ਨਾ ਹੋ ਜਾਵੇ ਔਰ ਸਾਡਾ ਇੱਕ ਨਵਾਂ ਵਿਕਾਸ ਮਾਡਲ ਪੈਦਾ ਹੋਵੇ। ਇਹ ਮੈਂ ਸਮਝਦਾ ਕਿ ਸਾਨੂੰ ਇਹ ਪਿਛਲੇ ਸਮੇਂ 'ਚ ਜੋ ਵੀ ਡਿਵੈਲਪਮੈਂਟਸ ਹੋਈਆਂ ਨੇ, ਜਿਸ ਢੰਗ ਦੇ ਨਾਲ ਦੀਪ ਸਿੱਧੂ ਨੂੰ ਵੀ ਸਾਈਡਲਾਈਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਮੈਂ ਸਮਝਦਾ ਕੋਈ ਸਿਆਣਾ ਮੁੰਡਾ ਹੈ। ਉਹ ਸ਼ਹੀਦ ਪਰਿਵਾਰ ਨਾਲ ਮੇਰੇ ਖਿਆਲ ਲੱਗੇ ਸੰਬੰਧਿਤ ਹੈ ਔਰ ਕਿਸ ਢੰਗ ਨਾਲ ਉਹ ਪੜ੍ਹਿਆ ਲਿਖਿਆ ਬੜਾ ਸੰਜੀਦਾ ਗੰਭੀਰ ਨਜ਼ਰ ਆਉਂਦਾ ਹੈ। ਦੁਖਾਂਤ ਇਹ ਵੀ ਹੈ ਕਿ ਸਾਡੇ ਪੰਜਾਬ ਦੀ ਜਿਹੜੀ ਸੰਘਰਸ਼ ਲੜਦੇ ਆ ਰਹੇ ਜਥੇਬੰਦੀਆਂ, ਉਹਨਾਂ ਵਿੱਚ ਕੋਈ ਐਸੀ ਲੀਡਰਸ਼ਿਪ ਨਹੀਂ ਨਿਕਲੀ, ਨਾ ਅਕਾਲੀ ਦਲ 'ਚੋਂ ਨਿਕਲੀ, ਨਾ ਨੌਜਵਾਨ ਜਥੇਬੰਦੀਆਂ 'ਚੋਂ ਨਿਕਲੀ, ਨਾ ਜਿਹੜੀ ਹੋਰ ਅਕਾਲੀ ਦਲ ਤੋਂ ਬਾਹਰ ਜਾ ਰਹੀ ਜਥੇਬੰਦੀਆਂ ਉਹ ਲੜਦੀ ਨਿਕਲੀ ਹੈ। ਅੱਜ ਜੇਕਰ ਕਿਸ ਹਾਲਾਤ ਦੇ ਵਿੱਚ ਨਵੀਂ ਲੀਡਰਸ਼ਿਪ ਨਿਕਲੇਗੀ ਤਾਂ ਮੈਂ ਸਮਝਦਾ ਕਿ ਇਹ ਇੱਕ ਬੜੀ ਵੱਡੀ ਟ੍ਰਾਂਜੀਸ਼ਨਲ ਸਟੇਜ ਵੀ ਹੈ ਸਾਡੀ ਪੰਜਾਬ ਪੋਲੀਟਿਕਸ ਦੀ, ਕਿ ਇੱਕ ਪੁਰਾਣੇ ਬਜ਼ੁਰਗ ਜਿਹੜੇ ਨੇ ਉਹ ਪਿੱਛੇ ਬਹਿ ਗਏ ਨੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ, ਚਾਹੇ ਸੁਖਦੇਵ ਸਿੰਘ ਢੀਂਡਸਾ ਹੋਵੇ, ਚਾਹੇ ਸਿਮਰਜੀਤ ਸਿੰਘ ਮਾਨ ਹੋਵੇ। ਨਵੇਂ ਨੌਜਵਾਨ ਲੀਡਰ ਅੱਗੇ ਆ ਰਹੇ ਨੇ, ਚਾਹੇ ਸਿੱਖੀ 'ਚੋਂ ਆ ਰਹੇ, ਚਾਹੇ ਬਾਹਰੋਂ 'ਚੋਂ ਆ ਰਹੇ ਨੇ। ਇਹ ਟ੍ਰਾਂਜੀਸ਼ਨਲ ਸਟੇਜ ਹੈ, ਨਵਾਂ ਟਰਾਂਸਫਰਮੇਸ਼ਨ ਹੋ ਰਿਹਾ ਹੈ ਔਰ ਇਹਦੇ ਟਰਾਂਸਫਰਮੇਸ਼ਨ, ਇਹ ਜਿਹੜਾ ਸੰਘਰਸ਼ ਹੈ ਇਸ ਟਰਾਂਸਫਰਮੇਸ਼ਨ 'ਚੋਂ ਕਿਵੇਂ ਅੱਗੇ ਨਵੀਂ ਲੀਪ ਆਵੇਗਾ, ਨਵੀਂ ਲੀਡਰਸ਼ਿਪ ਦੇਵੇਗਾ, ਉਹ ਵਾਸਤੇ ਆਪਾਂ ਸੋਚੀਏ ਕਿ ਇੱਕ ਨਵਾਂ ਪੰਜਾਬ, ਨਵਾਂ ਉਜਵਲ ਪੰਜਾਬ,
ਇੱਕ ਸਾਡਾ ਜਿਹੜਾ ਪੰਜਾਬ 2022 ਤੱਕ ਕਿਸ ਢੰਗ ਨਾਲ ਕਿਸ ਕਰਵਟ ਬੈਠੇਗਾ ਔਰ ਕਿਵੇਂ ਅਸੀਂ ਅੱਗੇ ਲਿਜਾ ਸਕਾਂਗੇ, ਇਸ ਵਾਸਤੇ ਸੋਚੀਏ। ਇਸ ਸੰਘਰਸ਼ ਨੂੰ ਬੜੇ ਤਰੀਕੇ ਨਾਲ ਚਲਾਈਏ, ਵਾਇਲੈਂਸ ਨਾ ਆਉਣ ਦਈਏ। ਸਰਕਾਰਾਂ ਨੂੰ ਇਹਨਾਂ ਸੰਘਰਸ਼ ਦੇ ਉੱਤੇ ਜ਼ਬਰ ਜ਼ੁਲਮ ਕਰਨ ਦਾ ਮੌਕਾ ਨਾ ਦਿਓ ਔਰ ਇਸ ਢੰਗ ਦੇ ਨਾਲ ਚਲਾਈਏ ਕਿ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ, ਸੰਘਰਸ਼ ਦੇ ਰਹਿੰਦੇ ਹੋਏ, ਅਕਾਦਮਿਕਤਾ ਦੇ ਦਾਇਰੇ 'ਚ ਰਹਿੰਦੇ ਹੋਏ ਸਾਰੀਆਂ ਧਿਰਾਂ ਨਾਲ ਲਈਏ, ਨਵੇਂ ਤਰੀਕੇ ਨਾਲ ਲੜੀਏ ਤਾਂ ਜੋ ਅਸੀਂ ਸਫਲਤਾ ਹੋਈਏ। ਕਿਉਂਕਿ ਇਹ ਬੜਾ ਵੱਡਾ ਲੈਸਨ ਹੈ ਸਾਡੇ ਕੋਲ ਪਿਛਲੇ ਸੰਘਰਸ਼ਾਂ ਦਾ। ਜੋ ਅਸੀਂ ਜਜ਼ਬਾਤਾਂ ਦੇ ਆਧਾਰਿਤ ਹੋ ਕੇ ਤਰਕ ਨੂੰ ਪਿੱਛੇ ਛੱਡ ਦਿੰਦੇ, ਜਜ਼ਬਾਤ ਹਾਵੀ ਹੋ ਜਾਂਦੇ ਨੇ। ਜਜ਼ਬਾਤ ਹਾਵੀ ਨਾ ਹੋਣ ਦਿਓ, ਤਰਕ ਨੂੰ ਨਾਲ ਲੈ ਕੇ ਚੱਲੋ, ਸਿਧਾਂਤ ਨੂੰ ਨਾਲ ਲੈ ਕੇ ਚੱਲੋ ਔਰ ਜਿਹੜੀਆਂ ਲੋਕਤੰਤਰੀ ਮਰਿਆਦਾਵਾਂ ਨੇ ਉਸ ਨੂੰ ਨਾਲ ਲੈ ਕੇ ਚੱਲੋਗੇ ਤਾਂ ਮੇਰਾ ਖਿਆਲ ਹੈ ਕਿ ਬਿਹਤਰ ਢੰਗ ਦੇ ਨਾਲ ਅਸੀਂ ਸੰਘਰਸ਼ ਵਿੱਚ ਅੱਗੇ ਵੱਧ ਸਕਾਂਗੇ। ਔਰ ਜਿਹੜੀ ਮੈਂ ਗੱਲਾਂ ਕੀਤੀਆਂ ਨੇ ਇਹਨਾਂ ਬਾਰੇ ਸੋਚੋ ਵਿਚਾਰੋ। ਔਰ ਮੈਂ ਵਿਸ਼ੇਸ਼ ਤੌਰ 'ਤੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਸੰਘਰਸ਼ ਦੇ ਜਿਹੜੇ ਐਕਸਪਰਟਸ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਜੋ ਕਿਤਾਬਾਂ ਮੈਂ ਲਿਖੀਆਂ ਨੇ ਇਹਦੇ ਬਾਰੇ ਵਿਚਾਰ ਕਰੋ। ਇਹ ਇੱਕ ਪਰਸਪੈਕਟਿਵ ਸਿਰਜਾ। ਮੈਂ ਨਹੀਂ ਕਹਿੰਦਾ ਫਾਈਨਲ ਹੈ। ਇਸ ਬਾਰੇ ਤੁਸੀਂ ਕਿਵੇਂ ਅੱਗੇ ਵਧਣਾ ਹੈ, ਇਸ ਬਾਰੇ ਵਿਚਾਰ ਕਰਕੇ ਮੈਂ ਸਮਝਦਾ ਕਿ ਆਪਾਂ ਅੱਗੇ ਵਧੀਏ। ਬੜਾ ਵੱਡਾ ਇੱਕ ਸੰਘਰਸ਼ ਹੈ, ਪੰਜਾਬ ਇਹਦੇ 'ਚੋਂ ਕਿਵੇਂ ਨਿਕਲੇਗਾ ਇਸ ਵਾਸਤੇ ਆਪਾਂ ਵਿਚਾਰ ਕਰੀਏ। ਇੰਨੇ ਸ਼ਬਦ ਮੈਂ ਖਤਮ ਕਰਦਾ। ਆਪਣੇ ਪ੍ਰਣਾਮ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।